ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਗੁਰਜੀਤ ਸਿੰਘ ਔਰ ਤੁਸੀਂ ਦੇਖ ਰਹੇ ਹੋ ਕ੍ਰਿਤੀ ਭੂਮੀ। ਗ੍ਰਾਮ ਪੰਚਾਇਤ ਗੁਮਥਲਾ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਕਿ ਸਰਪੰਚ ਪਦ ਦੇ ਉਮੀਦਵਾਰ ਸਾਡੇ ਸਾਹਮਣੇ ਆ ਰਹੇ ਨੇ। ਗੱਲ ਕਰੀਏ ਕਿਸ਼ਨ ਮਹਿਤਾ ਜੀ, ਜੋ ਕਿ ਪਹਿਲਾਂ ਵੀ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਨੇ। ਸੋ ਇੰਨੇ ਵਧੀਆ ਕੰਮ ਇਹਨਾਂ ਨੇ ਕਰਾਏ ਨੇ ਜੋ ਕਿ ਸਾਰੇ ਭਲੀ ਭਾਂਤੀ ਜਾਣਦੇ ਨੇ। ਔਰ ਅਪੋਜ਼ਿਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੋਈ ਵੀ ਸਾਹਮਣੇ ਦਾਅਵੇਦਾਰੀ ਇਹਨਾਂ ਦੇ ਸਾਹਮਣੇ ਨਹੀਂ ਕਰ ਰਿਹਾ। ਸੋ ਬੜੇ ਹੀ ਵਿਸ਼ਵਾਸ ਦੇ ਨਾਲ ਜਨਤਾ ਦੇ ਨਾਲ ਇਹਨਾਂ ਨੇ ਜਿੱਤਿਆ ਸੀਗਾ, ਦਿਲ ਜਿੱਤਿਆ ਔਰ ਪਿੰਡ ਦੇ ਬੜੇ ਹੀ ਵਧੀਆ ਤਰੀਕੇ ਨਾਲ ਕੰਮਕਾਜ ਵੀ ਕਰਵਾਏ ਨੇ। ਤੇ ਜਿਹੜੇ ਕੰਮ ਹੁਣ ਅਧੂਰੇ ਰਹਿ ਗਏ ਨੇ ਉਹ ਕਿਸ ਤਰੀਕੇ ਨਾਲ ਪੂਰੇ ਕੀਤੇ ਜਾਣਗੇ, ਸਾਰੀ ਵਾਰਤਾਲਾਪ ਕਰਾਂਗੇ। ਤੇ ਜਿਹੜੇ ਪਿਛਲੇ ਕੰਮ ਵਿਕਾਸ ਕਾਰਿਆ ਹੋਏ ਉਹ ਕਿਸ ਪ੍ਰਕਾਰ ਨਾਲ ਕਰਵਾਏ ਗਏ, ਸਾਰੀ ਗੱਲ ਕਰਦੇ ਹਾਂ। ਸੋ ਸਾਡੇ ਨਾਲ ਮੌਜੂਦ ਨੇ ਕ੍ਰਿਸ਼ਨ ਮਹਿਤਾ ਜੀ, ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ, ਸਰਪੰਚ ਸਾਹਿਬ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਈਦ ਦਾ ਚਾਂਦ ਬਹੁਤ ਰਹਿੰਦੇ ਨੇ। ਕੀ ਕਾਰਨ ਹੈ? ਪਹਿਲਾ ਸਵਾਲ ਸਾਡਾ ਇਹੀ ਰਹੇਗਾ ਕਿ ਸਰਪੰਚ ਸਾਹਿਬ ਈਦ ਦਾ ਚਾਂਦ ਕਿਉਂ ਰਹਿੰਦੇ ਨੇ। ਹਾਂਜੀ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋਰ ਠੀਕ ਹੋ ਜੀ? बढ़िया जी, बढ़िया। आप बताओ। बढ़िया। ऐसे ਪਿੰਡ 'ਚ ਕੰਮ ਤਾਂ ਤੁਸੀਂ ਬਹੁਤ ਵਧੀਆ ਜਨਮ ਤਰੀਕੇ ਨਾਲ ਕਰਾਏ ਨੇ, ਪਰ ਤੁਸੀਂ ਈਦ ਦਾ ਚਾਂਦ ਬਣੇ ਰਹਿੰਦੇ ਹੋ। ਰਹਿੰਦੇ ਕਿੱਥੇ ਹੋ ਤੁਸੀਂ? भाई पब्लिक ਦੇ ਵਿੱਚ ਰਹਿੰਦੇ ਆ। ਪਬਲਿਕ ਦਾ ਕੰਮ ਕਰਾਉਣ ਵਾਸਤੇ ਬਾਹਰ ਅੰਦਰ ਜਾਣਾ ਪੈਂਦਾ ਹੈ ਜੀ। ਅੱਛਾ। ਤੇ ਇੱਧਰ ਕੋਈ ਖਿੱਚ ਕੇ ਲੈ ਜਾਂਦਾ ਹੈ, ਕਦੀ ਕਿੱਧਰ ਲੈ ਜਾਂਦਾ ਹੈ। ਕੰਮ ਕਰਾਉਣ ਨਾਲ ਹੀ ਹੈ, ਠੀਕ ਲੱਗਦਾ ਹੈ ਬੰਦਾ। ਬੈਠੇ ਬੈਠੇ ਤੇ ਕੋਈ ਵੀ ਨਹੀਂ ਪੁੱਛਦਾ ਫਿਰ ਆ ਕੇ। ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਜਨਤਾ ਦੇ ਮੋਹ ਪਿਆਰ ਦੇ ਨਾਲ ਹੀ ਰਹਿੰਦੇ ਹੋ? ਹਾਂ ਜੀ, ਜਨਤਾ ਦੇ ਵਿੱਚ ਹੀ ਉਹਨਾਂ ਦੇ ਨਾਲ ਹੀ ਰਹਿੰਦੇ ਆ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਹੁਣ ਅੱਗੇ ਸਰਪੰਚੀ ਦਾ ਹੁਣ ਅੱਗੇ ਇਲੈਕਸ਼ਨ ਦੁਬਾਰਾ ਆਉਣ ਜਾ ਰਹੇ ਨੇ, ਕਿਸ ਤਰੀਕੇ ਨਾਲ ਤੁਹਾਡੀ ਦਾਅਵੇਦਾਰੀ ਰਹੂਗੀ? ਦਾਅਵੇਦਾਰੀ ਅੱਜ ਡਿਕਲੇਅਰ ਹੋ ਜਾਣਗੇ ਮੇਰੇ ਖਿਆਲ ਇਲੈਕਸ਼ਨ ਦੀ 11 ਜ਼ਿਲ੍ਹਿਆਂ ਦੇ ਜੀ। ਉਹਦੇ ਫਿਰ ਸਾਡੀ ਗ੍ਰਾਮ ਆਪਣੀ ਬਰਾਦਰੀ ਦੀ ਮੀਟਿੰਗ ਹੋਏਗੀ ਜੀ। ਉਹਦੇ ਵਿੱਚ ਦੇਖਾਂਗੇ ਵੀ ਕੌਣ ਆਂਦਾ ਹੈ ਕੈਂਡੀਡੇਟ ਦੇ। ਸਾਨੂੰ ਦੁਬਾਰਾ ਮੌਕਾ ਮਿਲਿਆ ਤੇ ਦੁਬਾਰਾ ਵੀ ਲੜਾਂਗੇ ਜੀ। ਅੱਛਾ, ਅਸੀਂ ਪਿੰਡ ਦੇ ਸਰਵੇ ਕੀਤੇ ਸੀਗੇ, ਸਾਹਮਣੇ ਕੋਈ ਦਾਅਵੇਦਾਰ ਹੈ ਖੁੱਲ ਕੇ ਨਹੀਂ ਆ ਰਿਹਾ ਔਰ ਕਹਿ ਰਹੇ ਕਿ ਅਗਰ ਵੋਟ ਪਾਣੀ ਤੇ ਮਹਿਤਾ ਜੀ ਨੂੰ ਇੱਕ ਤਰਫ ਪੈਣੀ ਹੈ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਉਹ ਤੇ ਲੋਕਾਂ ਦਾ ਪਿਆਰ ਹੈ ਜੀ। ਲੋਕਾਂ ਵਾਸਤੇ ਕੰਮ ਕਰਾਏ ਤਾਂ ਹੀ ਉਹ ਕਹਿ ਰਹੇ ਨੇ ਵੀ ਵੋਟ ਪਾਣੀ ਹੈ ਤੇ ਮਹਿਤਾ ਜੀ ਨੂੰ ਪਾਣੀ ਹੈ। ਨਹੀਂ ਤੇ ਐਵੇਂ ਕੌਣ ਕਹਿੰਦਾ ਜੀ ਵੀ ਮਹਿਤਾ ਜੀ ਨੂੰ ਪਾਣੀ ਹੈ ਵੋਟ। ਹੋਰ ਵੀ ਕੈਂਡੀਡੇਟ ਬੜੇ ਹੋਣਗੇ ਜੀ, ਪਰ ਹਾਲੇ ਤੱਕ ਕੋਈ ਆਇਆ ਨਹੀਂ ਸਾਹਮਣੇ। ਬਿਲਕੁਲ ਪਰਸਨਲੀ ਪਰਿਵਾਰ ਹਰ ਇੱਕ ਬੰਦੇ ਨਾਲ ਸੰਬੰਧ ਬਣਾਉਂਦੇ ਹੋ, ਪਰਿਵਾਰਿਕ ਸੰਬੰਧ ਬਣਾਉਂਦੇ ਹੋ। ਗਰੀਬ ਕਨਿਆ ਦੇ ਵਿਆਹ ਵੀ ਕਰਾਤੇ, ਕਿਸੇ ਨੂੰ ਕੁਝ ਕਰਦਾ, ਕਿਸੇ ਨੂੰ ਸਮਾਜ ਸੇਵਾ ਕਰਦੇ ਰਹਿੰਦੇ ਹੋ। ਤੇ ਇਹ ਸਾਰਾ ਸਿਸਟਮ ਕਿਵੇਂ ਤੁਹਾਨੂੰ ਲੱਗਿਆ ਕਿ ਇਹ ਵੀ ਸਿਸਟਮ ਚਲਾਉਣਾ ਚਾਹੀਦਾ ਹੈ ਵਿਕਾਸ ਕਾਰਜ ਦੇ ਨਾਲ ਨਾਲ? ਹਾਂਜੀ ਹਾਂਜੀ, ਗਰੀਬਾਂ ਦੀ ਬੜੀ ਮਦਦ ਕਰਦੇ ਰਹਿੰਦੇ ਆ ਜੀ। ਅਸੀਂ ਇਹਦੇ ਸਰਪੰਚ ਬਣੇ ਆ, ਹੁਣ ਪਹਿਲੇ ਵੀ ਕਰਦੇ ਰਹਿੰਦੇ ਆ, ਸ਼ੁਰੂ ਤੋਂ ਹੀ सन 94 ਤੋਂ ਹੀ ਚੱਲਿਆ ਆ ਰਿਹਾ ਸਾਡਾ सिस्टम। ठीक ठीक ठीक। गरीब हालत है जी। जैसे कि गांव में एंट्री करते हैं, कुछ समस्या रह गई हैं, उन समस्याओं के बारे में हम बात करें। जैसे स्वच्छता के नाम पर माननीय प्रधानमंत्री जी ने बहुत पैसा दिया और बांटा भी है, इसमें एक तो लोगों ने नाजायज कब्जा कर रखा है जी, जो गंदे पानी का है जी, जिसके कारण स्वच्छता भी आने वाला नहीं नारा सिद्ध हुआ जी यहाँ गुमथला में जी। दूसरे नंबर पे इसकी ग्रांट आ गई है जी। ये नहीं पता, पहले कुछ तो इलेक्शन की वजह से, कोरोना की वजह से देरी होती रही जी। अब पैसे आ गए हैं और वो टेंडर लगने के लिए चला गया जी एक्सियन ऑफिस में। बस एकदम ही स्टार्ट हो जाएगा काम और पूरा ही गांव साल 1.5 साल में अलग ही चमकेगा जी। आपके गांव में जोड़ कितने हैं और पिछली बार जोड़ की सफाई कब कराई? पर 3 साल पहले कराई थी जी। 2 साल से तो हमारे पास रिकॉर्ड ही नहीं है जी कोई भी। पंचायत के उसमें जमा है जी, बीडीओ ऑफिस में जी। कितने जोड़ है आपके गांव में? जोड़ है जी 4 इस टाइम जी। 3 की सफाई तो हो चुकी है जी, एक तो बिल्कुल कब्जा हो गया जी एक पे। तो उस कब्जे को तोड़वाने की कोशिश करी आपने? बस वो किसी ने नहीं वो करी जी, तोड़वाने की कोशिश बिल्कुल भी। सब पक्के मकान बने हुए हैं जी। वो एस्टीमेट दोबारा नालियों का बना के जेई साहब ने दूसरी तरह पानी निकाल दिया, क्यों किसी का नुकसान करेगी। वो प्राइवेट जगह है या मतलब सरकारी जगह, पंचायत की जगह है जिस पे कब्जा है? पंचायत की जगह है जी। तो मेरे से पहले का ही कब्जा हुआ है जी उस जोड़ के ऊपर, मेरे सरपंच बनने से पहले का ही। नहीं जी नहीं, अब नहीं होता कब्जा दूसरे जोड़ों पे। उनके ऊपर हमने तारें लगवा दी हैं, खुदाई करवा के, ना कोई बीच में गंद गिरता है ना कुछ नहीं। उनके ऊपर कोई कब्जा होने की वो नहीं है। एक मेहता जी, नशे के बारे में बात करें, नशा आज चरम सीमा पर है, नशा को रोकने का नाम ले रहा है, इस बारे में क्या कहेंगे आप? ये तो बहुत बुरी बीमारी हुई खड़ी है जी। इसको तो 5-4 को तो मैं छोड़ के आया हूँ एसपी ऑफिस में,
जोन से भी यहाँ छोड़ना चाहते थे। और एक कल भी मौत हुई है हमारे गांव में यहाँ नशे कारण। नशे के कारण भी। और इससे तो दूर ही रहना ज़्यादा ठीक है, और जो काम ये करता है उसको भी राय क्या है? नशे से तो दूर ही रहना चाहिए जी। सरकार भी पूरे प्रयास कर रही है जी दूर भगाने के लिए, और सारे के सारे कर रहे हैं जी इसमें तो सहयोग। नहीं, एक दिन में तो नहीं हो सकता जी, ये तो धीरे धीरे ही होएगा जी। ऐसे एक दिन में बस हो ही गया जी, ज़्यादातर तो ख़त्म हो गया है। नीलवीर जी ने कह दिया है या तो भाई मेरा हरियाणा छोड़ दो या फिर नशा वाले बंदे छोड़ दो। नशा तो रोकना अपने आप ही रोकना पड़ेगा जी। वैसे समझा के प्यार से समझाए लोगों को तो ज़्यादा समझ जाते हैं जी। अगर किसी को धक्के से भी उठा के ले गए, पकड़वाएंगे तब भी छूट जाएगा जी। ऐसे तो नहीं छूटेगा जी, फिर नशा तो चल बढ़ता ही जा रहा है। बेटी बचाओ बेटी पढ़ाओ का जो नारा दिया गया था, माननीय प्रधानमंत्री जी ने बहुत बड़े बड़े होर्डिंग लगाए थे। बेटी बचाओ बेटी पढ़ाओ वाला नारा तो बहुत बढ़िया था जी, पर वो अपना लोगों ने अपना ध्यान देना चाहिए था। बेटी बचाओ और बेटी पढ़ाओ। शिक्षा तो फ्री कर ही रखी है जी। बेटी बचाओ बेटियों की कहाँ पर शिक्षा फ्री है? इस सरकारी स्कूलों में जी। सरकार जो मतलब आप अपनी बेटियों को अपनी बहनों को सौगात में देना चाहते हैं अगर जनता आपको दोबारा मौका देती है? तो हमारे यहाँ तो स्कूल है जी +2 का, इसमें जो होगी सुविधाएं वो देंगे जी। आज के जो हो सकेगी पता करके भी क्या कर सकते हैं इनके लिए वो करवाएंगे जी। या गांव में कोई वो बनाने पड़े सिलाई सेंटर वगैरह ऐसे। अगर मेरे को दोबारा मौका मिला तो मैं लड़कियों के लिए अपने गांव में ही कॉलेज की मांग करूंगा और मेडिकल कॉलेज की करूंगा। कोई भी बाहर ना जाए, उनसे बढ़ चढ़ के ही काम, अगर जनता ने मौका दिया तो दोबारा ये काम करूंगा। प्रधानमंत्री आवास योजना के तो बहुत मकान आए नहीं थी मेरे टाइम के, तो कोई ग्रांट ही नहीं आई थी अब तक। बस अब 2022 तो टप ही गया जी, अब क्या गारंटी आएंगी जी। सपना ही रह जाएगा जी ये तो लोगों का। हाँ जी, आपका शुभ नाम? ईश्वर सिंह। कहाँ के रहने वाले हो? चौगामा। चौगामा से हो। अच्छा, सरपंच साहब को कितना जानते हो आप? कृष्ण मेहता को कब से जानते हो? अड्डा सा था यू, और तो कुछ थोड़ा सा बद भी गया जितने जानो। अच्छा, इनकी खासियत क्या है गांव में जब ये इनको इतना प्यार मिल रहा है कि बराबर में कोई इलेक्शन लड़ने के लिए तैयार ही नहीं हो रहा है, इस बारे में आप क्या कहेंगे? इस बारे में क्या कहते भी, किसी मौका नहीं सारा बराबर में लड़ने का। संदेश क्या देना चाहेंगे आप आम जनता को? जी, मैं गाँव गुमथला का सरपंच कृष्ण मेहता सबको दिवाली की शुभकामनाएं देता हूँ। वह सुख शांति की सबसे कामना, भगवान से कामना करता हूँ कि सब पर सुख शांति बनी रहे और सब खुशहाल रहे। ਸੋ ਸਾਡੇ ਨਾਲ ਇਸ ਸਮੇਂ ਮੌਜੂਦ ਸੀਗੇ ਕ੍ਰਿਸ਼ਨ ਮਹਿਤਾ ਸਰਪੰਚ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਵਿਕਾਸ ਕਾਰਿਆ ਕਿਸ ਤਰੀਕੇ ਨਾਲ ਕਰਾਏ ਗਏ, ਵਿਕਾਸ ਕਾਰਿਆ ਤੇ ਕਰਵਾਏ ਗਏ। ਤੇ ਹੁਣ ਗੱਲ ਇਹ ਆ ਕਿ ਹੁਣ ਅਗਲੀ ਸਰਪੰਚੀ ਜਦੋਂ ਨਾਲ ਕੋਲ ਆਊਗੀ ਤੇ ਉਹਨਾਂ ਦਾ ਆਧੁਨਿਕੀਕਰਨ ਵੀ ਕਰਵਾਇਆ ਜਾਏਗਾ। ਸੋ ਇਹਨਾਂ ਨੇ ਅਥਾਹ ਪ੍ਰਯਾਸਾਂ ਦੇ ਨਾਲ ਪਿੰਡ ਦੀ ਆਮਦਨ ਵੀ ਸ਼ੁਰੂ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਔਰ ਜਲਦ ਹੀ ਅਨੁਮਾਨ ਹੈ ਕਿ ਅਗਲੇ ਸਾਲ ਅਪ੍ਰੈਲ ਤੱਕ ਉਹਦੀ ਆਮਦਨ ਵੀ ਸ਼ੁਰੂ ਹੋ ਜਾਏਗੀ। ਸੋ ਉਹਦਾ ਤੁਸੀਂ ਬੈਨੀਫਿਟ ਲਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਬੈਨੀਫਿਟ ਹੋਊਗਾ ਤੇ ਪਿੰਡ ਵਾਸੀਆਂ ਦੇ ਵਿੱਚ ਕਿਸ ਤਰੀਕੇ ਨਾਲ ਵਿਕਾਸ ਕਾਰਿਆ ਹੋਣਗੇ। ਸੋ ਹੁਣ ਤੋਂ ਮੈਨੂੰ ਗੁਰਜੀਤ ਸਿੰਘ ਨੂੰ ਇਜਾਜ਼ਤ, ਮਿਲਾਂਗੇ ਅਗਲੀ ਖਾਸ ਰਿਪੋਰਟ ਦੇ ਵਿੱਚ। ਅਗਰ ਤੁਹਾਡੇ ਆਸ-ਪਾਸ ਤੁਹਾਡੇ ਕਿਸੇ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ, ਤੁਹਾਡੀ ਸੋਚ ਨੂੰ ਕਿੱਥੇ ਨੱਪਿਆ ਜਾ ਰਿਹਾ ਹੈ, ਜਾਂ ਤੁਹਾਨੂੰ ਸਰਕਾਰੀ ਸੁਵਿਧਾ ਨਹੀਂ ਮਿਲ ਪਾ ਰਹੀ, ਜਾਂ ਕਿਸੇ ਸਰਕਾਰੀ ਯੋਜਨਾ ਤਹਿਤ ਤੁਹਾਡੇ ਨਾਲ ਕੋਈ ਧੋਖੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਨੀਚੇ ਦਿੱਤੇ ਗਏ ਸੰਪਰਕ ਨੰਬਰਾਂ ਤੇ ਤੁਸੀਂ ਸੰਪਰਕ ਕਰੋ। ਜਲਦ ਹੀ ਸਾਡੀ ਟੀਮ ਤੁਹਾਡਾ ਮਿਲ ਕੇ ਕਾਰਵਾਈ ਜ਼ਰੂਰ ਕਰਵਾਏਗੀ।